ਦੋਸਤੋ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਸ ਕਰਦਾ ਤੁਸੀਂ ਸਾਰੇ ਤੰਦਰੁਸਤ ਹੋਵੋਗੇ। ਦੋਸਤੋ ਕਾਫੀ ਸੱਜਣਾ ਮਿੱਤਰਾਂ ਦੇ ਫੇਸਬੁੱਕ, ਵਟਸਐਪ ਅਤੇ ਵੱਖ-ਵੱਖ ਪਲੇਟਫਾਰਮਾਂ ਰਾਹੀਂ ਮੈਸੇਜ ਅਤੇ ਕਾਲਸ ਆਈਆਂ। ਉਹਨਾਂ ਸਾਰਿਆਂ ਦੀ ਆਹੀ ਰਿਕੁਐਸਟ ਵਾਰ-ਵਾਰ ਹੁੰਦੀ ਸੀ ਕਿ ਅਮਰ ਸਿੰਘ ਚਮਕੀਲਾ ਜੀ ਦੀ ਜ਼ਿੰਦਗੀ ਭਾਵ ਬਚਪਨ ਤੋਂ ਲੈ ਕੇ ਗਾਇਕੀ ਤੱਕ ਦੇ ਸਫ਼ਰ ਨੂੰ ਇੱਕ ਲੜੀਵਾਰ ਢੰਗ ਨਾਲ ਪੇਸ਼ ਕੀਤਾ ਜਾਵੇ। ਤਾਂ ਦੋਸਤੋ ਤੁਹਾਡੀਆਂ ਇਹਨਾਂ ਬੇਨਤੀਆਂ ਨੂੰ ਅਸੀਂ ਸਿਰ ਮੱਥੇ ਕਬੂਲ ਕਰਕੇ ਤੁਹਾਡੇ ਵਾਸਤੇ ਇੱਕ ਬਹੁਤ ਵਧੀਆ ਉਪਰਾਲਾ ਕਰਨ ਜਾ ਰਹੇ ਹਾਂ, ਜਿਸ ਵਿੱਚ ਆਪਾਂ ਅਮਰ ਸਿੰਘ ਚਮਕੀਲਾ ਜੀ ਦੀਆਂ ਬਚਪਨ ਤੋਂ ਲੈ ਕੇ ਗਾਇਕੀ ਦੇ ਸੁਪਰਸਟਾਰ ਬਣਨ ਤੱਕ ਦੀਆਂ ਸਾਰੀਆਂ ਜਾਣਕਾਰੀਆਂ ਲੜੀਵਾਰ ਢੰਗ ਨਾਲ ਉਹਨਾਂ ਦੇ ਚਾਹਣ ਵਾਲਿਆਂ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ। ਇਸੇ ਲੜੀ ਦਾ ਪਹਿਲਾ ਅੰਕ ਭਾਵ ਐਪੀਸੋਡ ਤੁਹਾਡੇ ਰੂਬਰੂ ਕਰ ਰਹੇ ਹਾਂ। ਦੋਸਤੋ ਤੁਹਾਨੂੰ ਇਹ ਉਪਰਾਲਾ ਕਿਵੇਂ ਲੱਗਿਆ, ਆਪਣੇ ਵਿਚਾਰ ਥੱਲੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਆਜੋ ਸ਼ੁਰੂ ਕਰਦੇ ਹਾਂ। ਦੁੱਗਰੀ ਵਿੱਚ 21 ਜੁਲਾਈ 1960 ਦਿਨ ਸ਼ੁੱਕਰਵਾਰ ਨੂੰ ਰਵਿਦਾਸੀਆ ਪਰਿਵਾਰ ਦੇ ਸਰਦਾਰ ਹਰੀ ਸਿੰਘ ਸੰਧੀਲੇ ਦੇ ਕਰਤਾਰ ਕੌਰ ਦੇ ਘਰ ਇੱਕ ਬਾਲਕ ਨੇ ਜਨਮ ਲਿਆ ਸੀ। ਆਰਥਿਕ ਤੰਗੀਆਂ ਕਾਰਨ ਕਾਫੀ ਸਮੇਂ ਤੋਂ ਹਰੀ ਸਿੰਘ ਦੇ ਘਰ ਦਾ ਮਾਹੌਲ ਨਾ ਖੁਸ਼ਗਵਾਰ ਹੀ ਰਹਿੰਦਾ ਸੀ। ਹਰੀ ਸਿੰਘ ਦੇ ਪਹਿਲਾਂ ਹੀ 2 ਬੇਟੀਆਂ ਸੀ, ਇੱਕ ਸਵਰਨ ਕੌਰ ਤੇ ਦੂਜੀ ਚਰਨ ਕੌਰ। ਜਦੋਂ ਉਸ ਦੀ ਪਤਨੀ ਕਰਤਾਰ ਕੌਰ ਤੀਜੀ ਵਾਰ ਗਰਭਵਤੀ ਹੋਈ ਤਾਂ ਹਰੀ ਸਿੰਘ ਦੇ ਮਨ ਵਿੱਚ ਇਹੀ ਸੰਸਾ ਸੀ ਕਿ ਕਿਧਰੇ ਫੇਰ ਕੁੜੀ ਹੀ ਨਾ ਜੰਮ ਪਵੇ। ਕੁੜੀ ਜੰਮਣ ਦਾ ਉਸ ਨਿਰੰਤਰ ਮਜ਼ਦੂਰ ਲਈ ਮਤਲਬ ਹੋਰ ਆਰਥਿਕ ਸੰਕਟਾਂ ਦੇ ਥਪੇੜਿਆਂ ਨੂੰ ਝੱਲਣਾ ਸੀ। ਉਹ ਤਾਂ ਪਹਿਲਾਂ ਦੀ ਹੀ ਆਪਣੀ ਕਬੀਲਦਾਰੀ ਮੌਲੇ ਬਲਦ ਵਾਂਗ ਚਲਾ ਰਿਹਾ ਸੀ, ਲੇਕਿਨ ਜਦੋਂ ਉਸ ਦੇ ਕੰਨਾਂ ਵਿੱਚ ਦਾਈ ਦੇ ਮੂੰਹੋਂ ਮੁੰਡਾ ਜੰਮਣ ਦੀ ਖਬਰ ਪਈ ਤਾਂ ਉਸ ਚਿਹਰਾ ਖੁਸ਼ੀ ਨਾਲ ਖਿੜ ਗਿਆ ਸੀ। ਉਸ ਨੂੰ ਲੱਗਿਆ ਕਿ ਜਿਵੇਂ ਉਹ ਯਕਾ ਯਕ ਧਨਵਾਨ ਬਣ ਗਿਆ ਹੋਵੇ। ਖੁਸ਼ੀ ਵਿੱਚ ਖੀਵੇ ਹੋਏ ਹਰੀ ਸਿੰਘ ਨੇ ਉਸੇ ਪਲ ਨਿਸ਼ਚਾ ਕਰ ਲਿਆ ਸੀ ਕਿ ਉਹ ਆਪਣੇ ਨਵ ਜਨਮੇ ਪੁੱਤਰ ਦਾ ਨਾਮ ਧਨੀ ਰਾਮ ਹੀ ਰੱਖੇਗਾ। ਇਸ ਨਾਮ ਦੇ ਸੁਭਾਵਕ ਹੀ ਮੌਕੇ ਤੇ ਆਹੁੜ ਜਾਣ ਵਾਲੇ ਇੱਕ ਕਾਰਨ ਇਹ ਵੀ ਸੀ ਕਿ ਜਣੇਪੇ ਤੋਂ ਕੁਝ ਦਿਨ ਪੂਰਬ ਉਸਨੇ ਕਿਸੇ ਜੋਤਸ਼ੀ ਨੂੰ ਆਪਣਾ ਹੱਥ ਦਿਖਾ ਕੇ ਆਪਣਾ ਭਵਿੱਖ ਪੁੱਛਿਆ ਸੀ। ਜੋਤਸ਼ੀ ਨੇ ਟੇਵਾ ਲਾ ਕੇ ਦੱਸਿਆ ਸੀ, ਜਜਮਾਨਾ, ਇਹ ਤੇਰੇ ਹੋਣ ਵਾਲੀ ਔਲਾਦ ਬਹੁਤ ਭਾਗਾਂ ਵਾਲੀ ਅਤੇ ਕਿਸਮਤ ਦੀ ਧਨੀ ਹੋਵੇਗੀ ਤੇ ਪੂਰੀ ਦੁਨੀਆ ਵਿੱਚ ਤੇਰਾ ਤੇ ਤੇਰੇ ਖਾਨਦਾਨ ਦਾ ਨਾਮ ਰੋਸ਼ਨ ਕਰੇਗੀ। ਇਸ ਦੇ ਪ੍ਰਤਾਪ ਨਾਲ ਤੁਹਾਡੇ ਕੋਲ ਇੰਨਾ ਧਨ ਆਵੇਗਾ ਕਿ ਸਾਂਭਿਆ ਨਹੀਂ ਜਾਵੇਗਾ। ਬਸ ਕਿਸਮਤ ਦੇ ਧਨੀ ਸ਼ਬਦ ਉੱਤੇ ਉਦੋਂ ਹੀ ਹਰੀ ਸਿੰਘ ਦੀ ਸੂਈ ਅੜ ਗਈ ਸੀ। ਇਸੇ ਵਜ੍ਹਾ ਕਰਕੇ ਉਸਨੇ ਬੱਚੇ ਦਾ ਨਾਂ ਧਨੀ ਰਾਮ ਰੱਖ ਦਿੱਤਾ ਸੀ। ਪ੍ਰਲੋਕ ਸੁਧਾਰ ਚੁੱਕੇ ਦਾਦਾ ਕਿਸ਼ਨ ਸਿੰਘ ਤੇ ਦਾਦੀ ਕਾਕੋ ਦੇ ਪੋਤੇ ਧਨੀ ਰਾਮ ਦੀਆਂ ਕਲਕਾਰੀਆਂ ਘਰ ਦੀ ਖਾਮੋਸ਼ੀ ਨੂੰ ਤੋੜਦੀ ਹੋਈਆਂ ਚਾਰ ਦੀਵਾਰੀ ਵਿੱਚ ਗੂੰਜਦੀਆਂ ਤਾਂ ਹਰੀ ਸਿੰਘ ਤੇ ਉਸ ਦੀ ਪਤਨੀ ਕਰਤਾਰ ਕੌਰ ਨੂੰ ਸੰਗੀਤ ਦੀ ਵਰਖਾ ਵਰਸਾਉਂਦੀਆਂ ਲੱਗਦੀਆਂ ਸੀ। ਉਹ ਆਪਣੇ ਬਾਲਕ ਨੂੰ ਘਰੇਲੂ ਨਾਮ ਧਨੀਆ ਨਾਮ ਨਾਲ ਪੁਕਾਰਦੇ ਸੀ। ਵਕਤ ਕਦੇ ਮਸਤ ਹਾਥੀ ਦੀ ਤੋਰ ਤੁਰਦਾ ਗਿਆ ਅਤੇ ਕਦੇ ਜੰਗਲੀ ਹਿਰਨੀ ਵਾਂਗ ਚੁੰਗੀਆਂ ਭਰਦਾ ਗਿਆ ਸੀ। ਇਉਂ ਧਨੀਆ ਵੀ ਉਮਰ ਦੀਆਂ ਪਲੰਘਾਂ ਪੁੱਟਦਾ ਉਡਾਰ ਹੋਣ ਲੱਗਾ ਸੀ। ਧਨੀ ਰਾਮ ਨੂੰ ਪਿੰਡ ਦੇ ਸਰਕਾਰੀ ਗੁਜਰਖਾਨ ਪ੍ਰਾਇਮਰੀ ਸਕੂਲ ਵਿੱਚ ਲੱਗਿਆਂ ਕੁਝ ਸਮਾਂ ਹੋ ਗਿਆ ਸੀ। ਸਕੂਲੀ ਰਿਕਾਰਡ ਵਿੱਚ ਤਾਂ ਭਾਵੇਂ ਉਸ ਦਾ ਨਾਮ ਅਮਰ ਸਿੰਘ ਸੰਧੀਲਾ ਦਰਜ ਸੀ, ਪਰ ਸਾਰੇ ਉਸ ਨੂੰ ਘਰੇਲੂ ਨਾਮ ਧਨੀਆ ਨਾਂ ਪੁਕਾਰਦੇ ਸੀ। ਸਕੂਲੇ ਦਾਖਲ ਕਰਨ ਸਮੇਂ ਮਾਸਟਰਾਂ ਨੇ ਉਸ ਦੇ ਬਾਪ ਤੋਂ ਉਸ ਦਾ ਨਾਂ ਪੁੱਛਿਆ ਸੀ ਤਾਂ ਹਰੀ ਸਿੰਘ ਨੇ ਧਨੀਆ ਦੱਸਿਆ ਸੀ। ਮਾਸਟਰ ਮਹਿੰਦਰ ਸਿੰਘ ਦੇ ਇਹ ਕਹਿਣ ਤੇ ਕਿ ਇਹ ਕੋਈ ਨਾਮ ਨਹੀਂ ਹੁੰਦਾ ਤਾਂ ਹਰੀ ਸਿੰਘ ਨੇ ਕਿਹਾ ਸੀ, ਫਿਰ ਜਿਹੜਾ ਹੁੰਦਾ ਹੈ ਉਹੀ ਲਿਖ ਲਿਓ। ਉਸ ਸਮੇਂ ਕਿੱਧਰ ਦੂਰੋਂ ਕਿਸੇ ਸਪੀਕਰ ਵਿੱਚ ਢਾਡੀ ਅਮਰ ਸਿੰਘ ਸ਼ੌਂਕੀ ਵਾਰਾਂ ਗਾ ਰਿਹਾ ਸੀ। ਅਧਿਆਪਕਾਂ ਨੇ ਧਨੀ ਰਾਮ ਦਾ ਨਾਮ ਅਮਰ ਸਿੰਘ ਸ਼ੌਂਕੀ ਢਾਡੀ ਦੇ ਨਾਮ ਤੋਂ ਪ੍ਰੇਰਿਤ ਹੋ ਕੇ ਅਮਰ ਸਿੰਘ ਲਿਖ ਲਿਆ ਸੀ, ਪਰ ਸਭ ਬੱਚੇ ਮਾਸਟਰ ਤਰਲੋਚਨ ਸਿੰਘ, ਬਿਮਲਾ ਮਾਸਟਰਨੀ ਅਤੇ ਭੌਂਦੂ ਮਾਸਟਰ ਉਸ ਨੂੰ ਧਨੀਆ ਆਖ ਕੇ ਹੀ ਬੁਲਾਉਂਦੇ ਰਹੇ। ਪੜ੍ਹਾਈ ਨਾਲੋਂ ਧਨੀ ਰਾਮ ਦਾ ਮਨ ਸਾਹਿਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਵੱਲ ਜ਼ਿਆਦਾ ਲੱਗਦਾ ਸੀ। ਖੇਡਾਂ ਵਿੱਚ ਵੀ ਉਸ ਨੂੰ ਕੋਈ ਵਿਸ਼ੇਸ਼ ਰੁਚੀ ਨਹੀਂ ਸੀ ਹੁੰਦੀ। ਧਨੀ ਰਾਮ ਜਦੋਂ ਪਿੰਡ ਦੇ ਲਾਊਡ ਸਪੀਕਰਾਂ ਵਿੱਚ ਪੰਜਾਬੀ ਗਾਣੇ ਵੱਜਦੇ ਸੁਣਦਾ ਤਾਂ ਉਸ ਦੇ ਕੰਨ ਉੱਧਰ ਨੂੰ ਹੋ ਜਾਂਦੇ ਸੀ। ਉਸ ਦੇ ਕੰਨਾਂ ਨੂੰ ਵੱਜਦੇ ਹੋਏ ਗੀਤ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਸੀ ਸੁਣਦਾ।
2-4 ਵਾਰ ਸੁਣਨ ਤੋਂ ਬਾਅਦ ਸੁਣਿਆ ਹੋਇਆ ਸਾਰਾ ਗੀਤ ਧਨੀ ਰਾਮ ਨੂੰ ਚੇਤੇ ਹੋ ਜਾਂਦਾ ਸੀ ਤੇ ਅਗਲੀ ਵਾਰ ਜਦੋਂ ਉਹੀ ਗੀਤ ਉਸਦੇ ਕੰਨੀ ਪੈਂਦਾ ਸੀ ਤਾਂ ਧਨੀ ਰਾਮ ਖੁਦ ਸਾਰਾ ਗੀਤ ਗਾਉਣ ਵਾਲੇ ਗਾਇਕ ਦੇ ਨਾਲ ਗਾਉਣ ਲੱਗ ਜਾਂਦਾ ਸੀ। ਪਹਿਲੀ ਜਾਂ ਸ਼ਾਇਦ ਦੂਜੀ ਜਮਾਤ ਵਿੱਚ ਸੀ ਧਨੀ ਰਾਮ ਉਦੋਂ, ਜਦੋਂ ਇੱਕ ਦਿਨ ਸਕੂਲ ਦੇ ਇੱਕ ਪੰਜਾਬੀ ਵਾਲੇ ਮਾਸਟਰ ਤਰਲੋਚਨ ਸਿਉ ਨੇ ਉਸ ਦਾ ਗਾਉਂਦੇ ਹੋਏ ਸੁਣ ਲਿਆ ਸੀ। ਬਸ ਫੇਰ ਕੀ ਸੀ, ਉਸੇ ਦਿਨ ਤੋਂ ਮਗਰੋਂ ਮਾਸਟਰ ਬਾਲ ਸੁਭਾਵਾਂ ਵਿੱਚ ਉਸ ਨੂੰ ਗਾਉਣ ਲਈ ਖੜਾ ਕਰਨ ਲੱਗ ਪਏ ਸੀ। ਇੰਜ ਧਨੀ ਰਾਮ ਦੇ ਗਾਉਣ ਦਾ ਆਗਾਜ਼ ਹੋ ਗਿਆ ਸੀ। ਸਕੂਲੋਂ ਗਾ ਕੇ ਮਿਲੇ ਉਤਸ਼ਾਹ ਨਾਲ ਉਹ ਪਿੰਡ ਦੀਆਂ ਗਲੀਆਂ ਵਿੱਚ ਮਸਤ ਹੋਇਆ ਗਾਉਂਦਾ ਫਿਰਨ ਲੱਗਿਆ ਸੀ। ਸਕੂਲ ਵਿੱਚ ਵੀ ਉਹ ਅਕਸਰ ਫੱਟੀ ਤੇ ਢੋਲਕ ਵਜਾ ਕੇ ਆਪਣੇ ਸਹਿਪਾਠੀ ਬਿੱਲੂ ਨਾਲ ਹਰਦਮ ਗਾਉਂਦਾ ਰਹਿੰਦਾ ਸੀ। ਸਕੂਲ ਦੀਆਂ ਸਭਾ ਸਮਾਗਮਾਂ ਵਿੱਚ ਧਨੀ ਰਾਮ ਵਾਂਗ ਉਸ ਤੋਂ 2-3 ਸਾਲ ਵੱਡਾ ਇੱਕ ਹੋਰ ਮੁੰਡਾ ਬਹਾਦਰ ਵੀ ਗਾਉਂਦਾ ਹੁੰਦਾ ਸੀ। ਬਹਾਦਰ ਨੂੰ ਸਾਰੇ ਪਿਆਰ ਨਾਲ ਬਾਵਾ ਆਖ ਕੇ ਬੁਲਾਉਂਦੇ ਸੀ। ਭਾਵੇਂ ਕਿ ਬਾਵਾ ਧਨੀ ਤੋਂ 2-3 ਸਾਲ ਵੱਡਾ ਸੀ, ਪਰ ਗਾਉਣ ਦੇ ਸ਼ੌਂਕ ਕਾਰਨ ਧਨੀ ਤੇ ਬਾਵੇ ਦੀ ਦੋਸਤੀ ਪੈ ਗਈ ਸੀ। ਦੋਨੋਂ ਰਲ ਕੇ ਸਕੂਲੋਂ ਬਾਹਰ ਜਿੱਥੇ ਕਿਤੇ ਵੀ ਮੌਕਾ ਮਿਲਦਾ ਗਾ ਲੈਂਦੇ ਸੀ। ਵਿਹਲੇ ਸਮੇਂ ਦੂਰ ਖੇਤਾਂ ਵਿੱਚ ਜਾ ਕੇ ਰਿਆਜ਼ ਕਰਦੇ ਗਾਉਂਦੇ ਰਹਿੰਦੇ। ਪਿੰਡੋਂ ਥੋੜ੍ਹੀ ਦੂਰ ਨਹਿਰ ਦੇ ਕੋਲ ਇੱਕ ਮੋਟਰ ਹੁੰਦੀ ਸੀ। ਆਮ ਤੌਰ ਤੇ ਧਨੀਆਂ ਤੇ ਬਹਾਦਰ ਉਸੇ ਮੋਟਰ ਤੇ ਲੱਗੇ ਨਿੰਮ ਦੇ ਦਰਖਤ ਹੇਠ ਜਾ ਕੇ ਬੈਠਿਆ ਕਰਦੇ ਸੀ। ਉਸ ਜਗ੍ਹਾ ਨੂੰ ਉਹ ਨਿੰਮ ਵਾਲੀ ਮੋਟਰ ਆਖਿਆ ਕਰਦੇ ਸੀ। ਉਹਨਾਂ ਦਿਨਾਂ ਵਿੱਚ ਦੁੱਗਰੀ ਦੇ ਹੀ 2 ਗਵਈਏ ਸ਼ੇਰੂ ਅਤੇ ਮੇਰੂ ਕਾਫੀ ਮਸ਼ਹੂਰ ਸਨ। ਉਹ ਤੂੰਬੀ ਅਤੇ ਅਲਗੋਜਿਆਂ ਨਾਲ ਦੋਨੋਂ ਭਰਾ ਬਹੁਤ ਵਧੀਆ ਗਾਉਂਦੇ ਸੀ। ਬੰਨੇ ਚੰਨੇ ਅਕਸਰ ਉਹਨਾਂ ਦੇ ਅਖਾੜੇ ਲੱਗਦੇ ਰਹਿੰਦੇ ਸੀ। ਨਾਗਣ ਦੀ ਚੂੜੀ ਲਿਆ ਦੇਵੇ ਮੈਂ ਰੋਜ਼ ਬਾਲਵਾਂ ਕਹਿੰਦੀ ਅਤੇ 2 ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ ਗੀਤ ਉਹਨਾਂ ਦੇ ਬਹੁਤ ਪ੍ਰਸਿੱਧ ਹੋਏ ਸੀ। ਇੱਕ ਦਿਨ ਉਹਨਾਂ ਦਾ ਨੇੜੇ ਹੀ ਅਖਾੜਾ ਲੱਗਿਆ ਹੋਇਆ ਸੀ। ਧਨੀ ਰਾਮ ਤੇ ਬਾਵਾ ਵੀ ਉਸ ਨੂੰ ਸੁਣਨ ਚਲੇ ਗਏ। ਉੱਥੇ ਖਾਸਾ ਇਕੱਠ ਸੀ। ਲੋਕ ਉਹਨਾਂ ਨੂੰ ਇਨਾਮ ਦੇ ਕੇ ਮਰਜ਼ੀ ਦੇ ਗੀਤ ਸੁਣ ਰਹੇ ਸੀ। ਇਹ ਦੇਖ ਕੇ ਧਨੀ ਰਾਮ ਨੇ ਬਾਵੇ ਨੂੰ ਕਿਹਾ ਸੀ, ਓਏ ਬਾਵਿਆ, ਆਪਾਂ ਵੀ ਗਾਈਏ, ਆਪਾਂ ਨੂੰ ਪੈਸੇ ਮਿਲਣਗੇ ਓਏ। ਇਹ ਸੁਣ ਕੇ ਬਾਵੇ ਨੂੰ ਲਾਲਚ ਆ ਗਿਆ ਸੀ। ਹਾਂ ਯਾਰ, ਮੈਂ ਕਰਦਾ ਮਹਿਰੂ ਚਾਚੇ ਨਾਲ ਗੱਲ। ਦੋਨੋਂ ਸਟੇਜ ਕੋਲ ਚਲੇ ਗਏ ਤੇ ਮਹਿਰੂ ਨੂੰ ਇਸ਼ਾਰੇ ਨਾਲ ਕੋਲ ਬੁਲਾ ਕੇ ਬਾਵਾ ਕਹਿਣ ਲੱਗਾ, ਚਾਚਾ ਸਾਨੂੰ ਇੱਕ ਗੀਤ ਗਾ ਲੈਣ ਦੇ, ਤੁਹਾਨੂੰ ਗਾਉਣਾ ਆਉਂਦਾ ਹੈ? ਆਹੋ। ਧਨੀ ਰਾਮ ਝੱਟ ਬੋਲ ਪਿਆ ਸੀ, ਚੰਗਾ ਫਿਰ ਆ ਜਾਓ। ਧਨੀ ਰਾਮ ਸਟੇਜ ਤੇ ਚੜ੍ਹ ਕੇ ਗਾਉਣ ਲੱਗ ਪਿਆ ਸੀ। ਨਾਥਾਂ ਸਾਂਭ ਮੁੰਦਰਾਂ ਸਾਥੋਂ ਕੱਟਣੀ ਫਕੀਰੀ ਹੋਣੀ। ਧਨੀ ਰਾਮ ਦੀ ਚੁਲਬਲੀ ਜਹੀ ਦਿਲਕਸ਼ ਮਾਸੂਮ ਆਵਾਜ਼ ਨਾਲ ਸਰੋਤੇ ਕਿੱਲੇ ਗਏ ਸੀ। ਲੋਕਾਂ ਨੇ ਫਰਮਾਇਸ਼ ਕਰਕੇ ਉਹਨਾਂ ਤੋਂ 2-3 ਗੀਤ ਹੋਰ ਸੁਣੇ ਸੀ। ਬਾਵੇ ਨੇ ਨਾਲ ਗਾਉਣ ਵਿੱਚ ਸਾਥ ਦਿੱਤਾ ਸੀ। ਉਦਣ ਉਹਨਾਂ ਨੂੰ ਉੱਥੋਂ 8 ਰੁਪਏ ਬਣ ਗਏ ਸੀ। ਪੈਸੇ ਲੈ ਕੇ ਘਰ ਨੂੰ ਆਉਂਦੇ ਹੋਏ ਉਹ ਦੋਨੋਂ ਪੁੱਠੀਆਂ ਛਾਲਾਂ ਮਾਰ ਰਹੇ ਸੀ। ਧਨੀ ਰਾਮ ਖੁਸ਼ੀ ਵਿੱਚ ਖੀਵਾ ਹੋਇਆ ਪਿਆ ਸੀ। ਓਏ ਬਾਵਿਆ, ਇਹ ਤਾਂ ਕੰਮ ਹੀ ਬਹੁਤ ਵਧੀਆ, ਆਪਾਂ ਗਾਉਣ ਹੀ ਨਾ ਲੱਗ ਜੀਏ। ਗਾਉਣ ਤਾਂ ਆਪਾਂ ਲੱਗ ਪਏ ਅੱਜ ਤੋਂ। ਆਪਾਂ ਵੀ ਹੁਣ ਤੋਂ ਚਾਚੇ ਮੇਰੂ ਤੇ ਸ਼ੇਰੂ ਵਾਂਗ ਹੋਰਾਂ ਵਾਂਗੂ ਜਿੱਥੇ ਦਾ ਲੱਗਿਆ ਕਰੂ ਗਾਉਣ ਚਲੇ ਜਾਇਆ ਕਰਨਾ। ਆਹੋ, ਧਨੀ ਰਾਮ ਨੇ ਹਾਂ ਵਿੱਚ ਹਾਂ ਮਿਲਾਈ ਸੀ। ਉਸ ਦਿਨ ਮਗਰੋਂ ਦੋਨਾਂ ਵਿੱਚ ਗਾਉਣ ਦੀ ਇੱਛਾ ਹੋਰ ਪ੍ਰਬਲ ਹੋ ਗਈ ਸੀ। ਉਹਨਾਂ ਨੇ ਕੁਝ ਗੀਤ ਵੀ ਕੰਠ ਕਰ ਲਏ ਸੀ। ਨਹਿਰ ਦੇ ਕਿਨਾਰੇ ਖੇਤਾਂ ਵਿੱਚ ਜਾ ਕੇ ਉਹ ਉਹਨਾਂ ਗੀਤਾਂ ਦਾ ਉੱਚੀ ਉੱਚੀ ਗਾ ਕੇ ਰਿਆਜ਼ ਕਰਦੇ ਰਹਿੰਦੇ ਸੀ। ਪਿੰਡ ਵਿੱਚ ਨੌਜਵਾਨ ਮੁੰਡਿਆਂ ਨੇ ਨਗਰ ਸੁਧਾਰ ਸਮਾਜ ਸੇਵਾ ਬਣਾਈ ਹੋਈ ਸੀ। ਇਹਨਾਂ ਨੇ ਹੀ ਪਿੰਡ ਦੀ ਧਰਮਸ਼ਾਲਾ ਅਤੇ ਰਵਿਦਾਸ ਗੁਰਦੁਆਰਾ ਬਣਾਇਆ ਹੋਇਆ ਸੀ। ਇਸ ਸਭਾ ਵੱਲੋਂ ਪੂਰਨ ਭਗਤ, ਮਾਤਾ ਸਰਸਵਤੀ, ਗੁਰੂ ਰਵਿਦਾਸ ਆਦਿ ਦੇ ਜੀਵਨਾਂ ਉੱਪਰ ਡਰਾਮੇ ਕਰਵਾਏ ਜਾਂਦੇ ਸੀ। ਧਨੀ ਰਾਮ ਤੇ ਬਾਵਾ ਡਰਾਮੇ ਦੇਖਣ ਚਲੇ ਜਾਂਦੇ ਸੀ। ਇਸੇ ਤਰ੍ਹਾਂ ਇੱਕ ਦਿਨ ਉਹ ਡਰਾਮਾ ਦੇਖ ਰਹੇ ਸੀ। ਡਰਾਮਿਆਂ ਵਿਚਕਾਰ ਗਾਇਕ ਡਰਾਮੇ ਨਾਲ ਸੰਬੰਧਿਤ ਗੀਤ ਗਾਉਂਦੇ ਹੁੰਦੇ ਸੀ। ਉਸ ਦਿਨ ਭਗਤ ਪੂਰਨ ਦਾ ਨਾਟਕ ਖੇਡਿਆ ਜਾ ਰਿਹਾ ਸੀ। ਬਾਵੇ ਨੇ ਪ੍ਰਬੰਧਕਾਂ ਨੂੰ ਗਾਉਣ ਲਈ ਪੁੱਛ ਲਿਆ ਸੀ ਤੇ ਪ੍ਰਬੰਧਕਾਂ ਨੇ ਉਹਨਾਂ ਨੂੰ ਬੱਚੇ ਦੇਖ ਕੇ ਖੁਸ਼ੀ-ਖੁਸ਼ੀ ਮੰਚ ਤੋਂ ਗਾਉਣ ਦੀ ਇਜਾਜ਼ਤ ਦੇ ਦਿੱਤੀ ਸੀ। ਸਟੇਜ ਤੇ ਚੜ੍ਹਨ ਲੱਗੇ ਧਨੀ ਰਾਮ ਦੀ ਬਾਂਹ ਫੜ ਕੇ ਬਾਵਾ ਬੋਲਿਆ ਸੀ, ਧਨੀਆ, ਗਾਣਾ ਸ਼ੁਰੂ ਕਰਨ ਤੋਂ ਪਹਿਲਾਂ ਨਾ ਕੰਨ ਤੇ ਹੱਥ ਰੱਖ ਕੇ ਹੋ ਉੱਚੀ ਉੱਚੀ ਹੇਕ ਜੀ ਲਾਉਣ ਲੱਗ ਜੀ ਤੇ ਖਾਸਾ ਚਿਰ ਲਾਈ ਜਾਈ। ਉਹਦੇ ਨਾਲ ਇਹਨਾਂ ਨੂੰ ਲੱਗੂਗਾ ਬਈ ਆਪਾਂ ਬਹੁਤ ਵੱਡੇ ਗਵਈਏ ਆ। ਫਿਕਰ ਨਾ ਕਰ,
ਮੈਂ ਤਾਂ ਇਹਨਾਂ ਦੇ ਕੰਨਾਂ ਚੋਂ ਕੱਢ ਦੂੰ ਭਮੱਕੜ। ਸਟੇਜ ਤੇ ਜਾ ਕੇ ਧਨੀ ਰਾਮ ਤੇ ਬਾਵੇ ਨੇ ਮਾਈਕ ਦੇ ਦੁਆਲੇ ਆਪਣੀਆਂ ਪੋਜੀਸ਼ਨਾਂ ਲੈ ਲਈਆਂ। ਸਾਊਂਡ ਵਾਲੇ ਨੇ ਆ ਕੇ ਮਾਈਕ ਨੀਵਾਂ ਕਰਕੇ ਉਹਨਾਂ ਦੇ ਹਾਣ ਦਾ ਕਰ ਦਿੱਤਾ ਸੀ। ਧਨੀ ਨੇ ਇੱਕ ਹੱਥ ਕੰਨ ਤੇ ਰੱਖ ਕੇ ਹੇਕ ਲਾਉਣੀ ਸ਼ੁਰੂ ਕਰ ਦਿੱਤੀ ਸੀ। ਜਦੋਂ ਬਾਵੇ ਨੇ ਧਨੀ ਰਾਮ ਦਾ ਸਾਹ ਮੁੱਕਦਾ ਦੇਖਿਆ ਤਾਂ ਉਸਨੇ ਹੇਕ ਚੁੱਕ ਦਿੱਤੀ ਸੀ। ਜਦੋਂ ਬਾਵੇ ਦਾ ਸਾਹ ਮੁੱਕਿਆ ਤਾਂ ਧਨੀ ਰਾਮ ਨੇ ਹੇਕ ਲਾਉਣੀ ਸ਼ੁਰੂ ਹੀ ਕੀਤੀ ਸੀ ਕਿ ਸਟੇਜ ਕੋਲ ਆ ਕੇ ਇੱਕ ਬੰਦੇ ਨੇ ਉਹਨਾਂ ਨੂੰ ਦਬਕਾਇਆ ਸੀ, ਗਾਣਾ ਵੀ ਗਾਉਂਗੇ ਜਾਂ ਹੇਕਾਂ ਹੀ ਲਾਈ ਜਾਉਂਗੇ। ਬਾਵਾ ਖਿੱਚ ਗਿਆ ਸੀ, ਹੁਣ ਆਏ ਆ ਤਾਂ ਮਾਮਾ ਗਾ ਕੇ ਹੀ ਜਾਵਾਂਗੇ, ਚੱਲ ਸੁਣ ਫਿਰ। ਧਨੀ ਰਾਮ ਨੇ ਇੱਕਦਮ ਗਾਣਾ ਸ਼ੁਰੂ ਕਰ ਦਿੱਤਾ ਸੀ, ਖੱਟੀ ਆਪਣੇ ਖਸਮ ਦੀ ਖਾਣੀ, ਯਾਰ ਦਾ ਨੀ ਘਰ ਪੱਟਣਾ। ਅਜੇ ਉਸਨੇ ਅਸਥਾਈ ਖਤਮ ਕੀਤੀ ਹੀ ਸੀ ਕਿ ਇੱਕ ਬੰਦੇ ਨੇ ਆ ਕੇ ਉਹਨਾਂ ਨੂੰ ਹਟਾ ਦਿੱਤਾ ਸੀ। ਇਹ ਨਹੀਂ ਕਾਕਾ, ਕੋਈ ਹੋਰ ਗੀਤ ਸੁਣਾਓ। ਅੱਛਾ ਜੀ ਕਹਿ ਕੇ ਧਨੀ ਰਾਮ ਨੇ ਦੂਜਾ ਗੀਤ ਆਰੰਭ ਕਰ ਦਿੱਤਾ ਸੀ। ਖਿੱਚ ਲੈ ਬਾਂਹ ਫੜ ਕੇ ਬੋਤੇ ਦੇ ਬੈਠਿਆ ਯਾਰਾ, ਵੇ ਖਿੱਚ ਲੈ ਬਾਂਹ ਫੜ ਕੇ। ਬਾਵੇ ਨੇ ਕੋਰਸ ਸ਼ੁਰੂ ਕਰ ਦਿੱਤਾ ਸੀ, ਹੋ ਖਿੱਚ ਲੈ ਬਾਂਹ ਫੜ ਕੇ। ਇੱਕ ਪ੍ਰਬੰਧਕ ਨੇ ਆ ਕੇ ਦੋਨਾਂ ਨੂੰ ਗੁੱਟ ਤੋਂ ਫੜ ਕੇ ਹੇਠਾਂ ਧੂ ਲਿਆ ਸੀ। ਮੈਂ ਖਿੱਚਦਾ ਤੁਹਾਨੂੰ ਬਾਂਹ ਫੜ ਕੇ, ਵੱਡੇ ਕਬਈਏ, ਅਜਿਹੇ ਗਾਣੇ ਨਹੀਂ ਇੱਥੇ ਗਾਈਦੇ। ਫੇਰ ਕਿਹੋ ਜਿਹੇ ਗਾਈਦੇ ਆ? ਧਨੀ ਰਾਮ ਨੇ ਭੋਲੇਪਨ ਨਾਲ ਸਵਾਲ ਕੀਤਾ ਸੀ। ਪੂਰਨ ਭਗਤ ਤੇ ਬੈਠ ਕੇ ਸੁਣ ਲਓ, ਪਤਾ ਲੱਗ ਜੂ ਤੁਹਾਨੂੰ। ਉਹ ਦੋਨੋਂ ਦਰਸ਼ਕਾਂ ਸਰੋਤਿਆਂ ਵਿੱਚ ਦਰੀਆਂ ਤੇ ਬੈਠ ਗਏ ਸੀ। ਭਗਤ ਪੂਰਨ ਬਾਰੇ ਖੇਡਿਆ ਗਿਆ ਇਹ ਸੰਗੀਤਕ ਨਾਟਕ ਸੀ। ਇਸ ਵਿੱਚ ਅਨੇਕਾਂ ਛੋਟੇ-ਛੋਟੇ ਗੀਤ ਸੀ। ਧਨੀ ਨੇ ਉਹਨਾਂ ਵਿੱਚੋਂ ਕੁਝ ਯਾਦ ਕਰ ਲਏ ਸੀ। ਧਨੀ ਦੀ ਯਾਦਦਾਸ਼ਤ ਅਤੇ ਪਕੜ ਸ਼ੁਰੂ ਤੋਂ ਹੀ ਬਹੁਤ ਸੀ। ਵਿਹਲੇ ਸਮੇਂ ਧਨੀ ਰਾਮ ਨੇ ਬਾਵਾ ਇਹਨਾਂ ਗੀਤਾਂ ਦੀ ਰਿਹਰਸਲ ਕਰਦੇ ਰਹਿੰਦੇ ਸੀ। ਉਹਨਾਂ ਤੋਂ ਕੁਝ ਦਿਨਾਂ ਬਾਅਦ ਪਿੰਡ ਵਿੱਚ ਜ਼ਿਮੀਂਦਾਰਾਂ ਦੀ ਕੁੜੀ ਦਾ ਵਿਆਹ ਸੀ। ਧਨੀ ਰਾਮ ਦੇ ਬਾਵੇ ਦੀ ਜੋੜੀ ਉੱਥੇ ਵੀ ਪਹੁੰਚੀ ਸੀ। ਆਨੰਦ ਕਾਰਜ ਤੋਂ ਬਾਅਦ ਬਰਾਤ ਜੰਝ ਘਰ ਵਿੱਚ ਆਰਾਮ ਕਰ ਰਹੀ ਸੀ। ਬਰਾਤੀ ਦਾਰੂ ਪੀ ਰਹੇ ਸੀ। ਉਹਨਾਂ ਕੋਲ 4-5 ਬਾਜੀਗਰਨੀਆਂ ਨੱਚ ਤੇ ਗਾ ਰਹੀਆਂ ਸੀ। ਬਰਾਤੀ ਸ਼ਰਾਬ ਦੀ ਲੋਰ ਵਿੱਚ ਉਹਨਾਂ ਨਾਲ ਛੇੜਖਾਨੀਆਂ ਕਰ ਰਹੇ ਸੀ ਤੇ ਉਹਨਾਂ ਨੂੰ ਚੌਂਦੇ ਗੀਤ ਸੁਣਾ ਰਹੇ ਸੀ। ਚਾਮੜ ਕੇ ਬਰਾਤੀ ਬਾਜੀਗਰਨੀਆਂ ਤੇ ਨੋਟਾਂ ਦੇ ਮੀਂਹ ਵਰਾ ਰਹੇ ਸੀ। ਇਹ ਦ੍ਰਿਸ਼ ਵੇਖ ਕੇ ਬਾਵੇ ਨੇ ਧਨੀ ਰਾਮ ਨੂੰ ਕੂਣੀ ਮਾਰੀ ਸੀ, ਕਿਵੇਂ ਆ, ਲਾਈਏ ਫਿਰ ਖਾੜਾ ਆਪਾਂ ਵੀ, ਚੱਲ। ਉਹ ਨੱਚਦੀਆਂ ਬਾਜੀਗਰਨੀਆਂ ਕੋਲ ਜਾ ਕੇ ਪੂਰਨ ਭਗਤ ਵਾਲਾ ਰਟਿਆ ਹੋਇਆ ਗਾਣਾ ਗਾਉਣ ਲੱਗ ਪਏ ਸੀ। ਪੁੱਤ ਪੂਰਨਾ ਵੇ ਤੂੰ ਨਾ ਮੇਰੇ ਪੇਟੋਂ ਜਾਇਆ। ਉਹਨਾਂ ਨੂੰ 1-2 ਵਾਰ ਸ਼ਰਾਬੀ ਬਰਾਤੀਆਂ ਨੇ ਗਾਉਣ ਤੋਂ ਰੋਕਿਆ ਸੀ। ਉਹ ਸਗੋਂ ਹੋਰ ਉੱਚੀ ਗਾਉਣ ਲੱਗ ਪਏ ਸੀ। ਇੱਕ ਸ਼ਰਾਬੀ ਖਿੱਚ ਗਿਆ ਤੇ ਉਸਨੇ ਪੈਰ ਚੋਂ ਲਾਹ ਕੇ ਜੁੱਤੀ ਧਨੀ ਰਾਮ ਵੱਲ ਵਗਾ ਕੇ ਮਾਰੀ ਸੀ। ਭੱਜੋ ਇੱਥੋਂ, ਅਸੀਂ ਨਹੀਂ ਸੁਣਨੇ ਤੁਹਾਡੇ ਗਾਣੇ, ਲੱਗਦੇ ਹੋਏ ਆ ਪੂਰਨ ਭਗਤ ਦੇ। ਬਾਵੇ ਨੇ ਉਹੀ ਜੁੱਤੀ ਚੁੱਕ ਕੇ ਸ਼ਰਾਬੀ ਵੱਲ ਮਾਰੀ ਤਾਂ ਉਸਦੀ ਬੋਤਲ ਜੁੱਤੀ ਵੱਜਣ ਨਾਲ ਸਾਰੀ ਡੁੱਲ ਗਈ ਸੀ। ਫੜੋ ਓਏ, ਇੱਕ ਬਰਾਤੀ ਉਹਨਾਂ ਨੂੰ ਫੜਨ ਲਈ ਉੱਠ ਤੁਰਿਆ ਸੀ। ਧਨੀ ਰਾਮ ਤੇ ਬਾਵੇ ਨੇ ਉੱਥੋਂ ਛੂਟ ਵੱਟ ਦਿੱਤੀ ਸੀ ਤੇ ਪਿੱਛੇ ਮੁੜ ਕੇ ਨਹੀਂ ਸੀ ਦੇਖਿਆ। ਭੱਜਦੇ ਹੋਏ ਉਹ ਉਸੇ ਹੀ ਨਿੰਮ ਵਾਲੀ ਮੋਟਰ ਉੱਪਰ ਆ ਗਏ ਸੀ ਜਿੱਥੇ ਬੈਠ ਕੇ ਉਹ ਅਕਸਰ ਗੀਤ ਗਾਇਆ ਕਰਦੇ ਸੀ। ਦੋਨੋਂ ਸਾਹੋ ਸਾਹ ਤੇ ਮੁੜਕੋ ਮੁੜਕੀ ਹੋਏ ਪਏ ਸੀ। ਉਹਨਾਂ ਦੇ ਚਬੱਚੇ ਦੀ ਵੱਟ ਤੇ ਬੈਠ ਕੇ ਪਹਿਲਾਂ ਤਾਂ ਦਮ ਲਿਆ ਤੇ ਫੇਰ ਰੱਜ ਕੇ ਪਾਣੀ ਪੀਤਾ ਸੀ। ਪਾਣੀ ਪੀ ਕੇ ਧਨੀ ਰਾਮ ਨੇ ਕੱਪੜੇ ਲਾਹੇ ਅਤੇ ਔਲੂ ਵਿੱਚ ਚੁੱਭੀ ਮਾਰ ਦਿੱਤੀ ਸੀ। ਨੱਕ ਨੂੰ ਘੁੱਟ ਕੇ ਉਹ ਕਾਫੀ ਦੇਰ ਪਾਣੀ ਅੰਦਰ ਹੀ ਰਿਹਾ ਸੀ। ਜਦੋਂ ਪਾਣੀ ਵਿੱਚੋਂ ਸਿਰ ਬਾਹਰ ਕੱਢ ਕੇ ਖੜਾ ਹੋਇਆ ਸੀ ਤਾਂ ਇਹ ਇੱਕ ਵੱਖਰਾ ਹੀ ਧਨੀ ਸੀ। ਉਸਦੇ ਚਿਹਰੇ ਤੇ ਚਮਕ ਅਤੇ ਜਲੌ ਠਾਠਾਂ ਮਾਰ ਰਿਹਾ ਸੀ। ਉਸਦੀਆਂ ਅੱਖਾਂ ਵਿੱਚ ਅੰਗਿਆਰ ਸੀ। ਉਸਦੇ ਚਿਹਰੇ ਤੋਂ ਕੋਈ ਸਵੈ ਵਿਸ਼ਵਾਸ ਝੱਲਦਾ ਸੀ। ਉਸਦਾ ਬਦਲਿਆ ਰੂਪ ਦੇਖ ਕੇ ਬਾਵਾ ਬੋਲਿਆ ਸੀ, ਓਏ ਯਾਰ ਨਹਾ ਕੇ ਤਾਂ ਬੜਾ ਨਿਖਰ ਗਿਆ। ਪਾਣੀ ਤੋਂ ਬਾਹਰ ਨਿਕਲ ਕੇ ਧਰਤੀ 'ਤੇ ਪਹਿਲਾ ਪੈਰ ਰੱਖਦਿਆਂ ਧਨੀ ਰਾਮ ਨੇ ਗਰਜ ਅਤੇ ਦ੍ਰਿੜ ਨਿਸ਼ਚੈ ਵਾਲੀ ਆਵਾਜ਼ ਵਿੱਚ ਕਿਹਾ ਸੀ, ਬਾਵਿਆ ਅੱਜ ਤੋਂ ਮੈਂ ਆਪਣੇ ਗਾਉਣ ਵਾਲੇ ਗੀਤ ਆਪ ਹੀ ਲਿਖਿਆ ਕਰੂੰ। ਬਾਵੇ ਨੇ ਦੇਖਿਆ ਇਹ ਉਹੀ ਧਨੀ ਨਹੀਂ ਸੀ ਜੋ ਪਾਣੀ ਵਿੱਚ ਵੜਿਆ ਸੀ। ਇਹ ਕੋਈ ਹੋਰ ਹੀ ਧਨੀ ਸੀ। ਧਨੀ ਗੀਤਕਾਰ ਤੇ ਧਨੀ ਗਾਇਕ ਜਿਸ ਨੇ ਦੁਨੀਆ ਨੂੰ ਆਪਣੀ ਕਲਾ ਦਾ ਲੋਹਾ ਮਨਵਾਉਣ ਦੇ ਦਿਲ ਵਿੱਚ ਪੱਕੀ ਧਾਰ ਲਈ ਸੀ। ਬਹੁਤ ਬਹੁਤ ਧੰਨਵਾਦ ਦੋਸਤੋ।
ਇਸੇ ਲੜੀ ਦਾ ਦੂਜਾ ਅੰਕ ਲੈ ਕੇ ਬਹੁਤ ਜਲਦ ਤੁਹਾਡੇ ਨਾਲ ਰੂਬਰੂ ਹੁੰਦੇ ਹਾਂ। ਧੰਨਵਾਦ ਜੀ।